किताब 1984 सिख कतलेआम दा सच। लेखक जरनैल सिंह पत्रकार दिल्ली। भाग चौथा। सरकार कातलां दे नाल। घर बनिया सरहद। कदों कटेगी 84। असहाय राष्ट्रपति ਅਤੇ ਮੌਨ ਗ੍ਰਹਿ ਮੰਤਰੀ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘਰ ਬਣਿਆ ਸਰਹੱਦ ਕਦੋਂ ਕੱਟੇਗੀ 84। 75 ਸਾਲ ਦੀ ਬਖਸ਼ੀਸ਼ ਕੌਰ ਥੋੜੀ ਦੇਰ ਬਾਅਦ ਬਿਨਾਂ ਕਾਰਨ ਰੋਣ ਲੱਗ ਪੈਂਦੀ ਹੈ। ਘਰ ਵਾਲਿਆਂ ਦੇ ਲਈ ਉਸ ਦਾ ਇਸ ਤਰ੍ਹਾਂ ਦਿਨ ਵਿੱਚ ਕਈ ਵਾਰ ਰੋਣਾ ਜੀਵਨ ਦਾ ਇੱਕ ਹਿੱਸਾ ਬਣ ਚੁੱਕਿਆ ਹੈ। ਜਦੋਂ ਮੈਂ ਇਹਨਾਂ ਦੇ ਘਰ ਪਹੁੰਚਿਆ ਤਾਂ ਉਸ ਵਕਤ ਵੀ ਬਖਸ਼ੀਸ਼ ਕੌਰ ਰੋ ਰਹੀ ਸੀ। ਉਹ ਬਹੁਤ ਮੁਸ਼ਕਲ ਨਾਲ ਹੀ ਕਿਸੇ ਨੂੰ ਪਛਾਣਦੀ ਹੈ। ਦੇਖ ਕੇ ਲੱਗਦਾ ਹੈ ਜਿਵੇਂ 1984 ਦੇ ਕਤਲੇਆਮ ਤੋਂ ਮਿਲੇ ਦਰਦ ਦੀ ਜਿਉਂਦੀ ਜਾਗਦੀ ਤਸਵੀਰ ਹੋਵੇ। 1984 ਦੇ ਕਤਲੇਆਮ ਵਿੱਚ ਪਤੀ ਤੇ ਪੁੱਤਰ ਨੂੰ ਗਵਾਉਣ ਦੇ ਬਾਅਦ ਜਦੋਂ ਬਾਕੀ 2 ਪੁੱਤਰ ਵੀ ਨਸ਼ਿਆਂ ਵਿੱਚ ਫਸ ਕੇ ਦਮ ਤੋੜ ਗਏ ਤਾਂ ਮਾਨਸਿਕ ਹਾਲਤ ਵਿਗੜਦੀ ਹੀ ਚਲੇ ਗਈ। ਪ੍ਰਕਾਸ਼ ਮਹੱਲੇ ਦੇ ਕੋਲ ਗੜੀ ਦੀ ਵਿਧਵਾ ਕਲੋਨੀ ਵਿੱਚ ਰਹਿ ਰਿਹਾ ਬਖਸ਼ੀਸ਼ ਕੌਰ ਦਾ ਪਰਿਵਾਰ ਜਮਨਾ ਪਾਰ ਦੇ ਉਸ ਮਨਹੂਸ ਸਕੂਲ ਬਲਾਕ ਵਿੱਚ ਰਹਿੰਦਾ ਸੀ ਜਿੱਥੇ ਸਿੱਖਾਂ ਦਾ ਕੋਈ ਅਜਿਹਾ ਘਰ ਨਹੀਂ ਬਚਿਆ ਜਿੱਥੇ ਕਿਸੇ ਆਦਮੀ ਦੀ ਮੌਤ ਨਾ ਹੋਈ ਹੋਵੇ। ਬਖਸ਼ੀਸ਼ ਕੌਰ ਦੇ ਪਤੀ ਮਹਾਂ ਸਿੰਘ ਫੌਜ ਤੋਂ ਰਿਟਾਇਰ ਹਵਲਦਾਰ ਸਨ। ਇਹ ਜਿਸ ਸਿੱਖ ਮਕਾਨ ਮਾਲਕ ਦੇ ਘਰ ਵਿੱਚ ਰਹਿੰਦੇ ਸਨ ਉਸ ਦੇ ਪਰਿਵਾਰ ਦਾ ਵੀ ਕੋਈ ਜੀ ਨਹੀਂ ਬਚਿਆ ਸੀ। 1965 ਤੇ 1971 ਦੀਆਂ ਜੰਗਾਂ ਵਿੱਚ ਦੁਸ਼ਮਣਾਂ ਨਾਲ ਲੋਹਾ ਲੈ ਚੁੱਕੇ ਮਹਾਂ ਸਿੰਘ ਨੂੰ ਨਹੀਂ ਪਤਾ ਸੀ ਕਿ 1984 ਵਿੱਚ ਉਸ ਦਾ ਆਪਣਾ ਘਰ ਵੀ ਇੱਕ ਸਰਹੱਦ ਬਣ ਜਾਵੇਗਾ ਅਤੇ ਉਸ ਪਾਰ ਉਹ ਦੇਸ਼ਵਾਸੀ ਹੀ ਦੁਸ਼ਮਣਾਂ ਦੇ ਤੌਰ ਤੇ ਖੜੇ ਹੋ ਜਾਣਗੇ ਜਿਨ੍ਹਾਂ ਦੀ ਸੁਰੱਖਿਆ ਲਈ ਉਸਨੇ ਜੰਗਾਂ ਵਿੱਚ ਜਾਣ ਦੀ ਬਾਜ਼ੀ ਲਾ ਦਿੱਤੀ ਸੀ। ਪੁੱਤਰ ਇੰਦਰਪਾਲ ਸਿੰਘ 13 ਸਾਲਾਂ ਦਾ ਸੀ ਜਦੋਂ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਇੱਕ ਅਜੀਬ ਜਿਹਾ ਡਰ ਫੈਲਣ ਲੱਗਾ। ਲੇਕਿਨ ਉਸ ਦਿਨ ਕੁਝ ਨਾ ਹੋਇਆ। ਵੈਸੇ ਵੀ ਜੇਕਰ ਇਹ ਦੰਗਾ ਹੁੰਦਾ ਤਾਂ ਤੁਰੰਤ ਕੁਝ ਹੁੰਦਾ। ਅਗਲੇ ਦਿਨ ਵੀ ਸਵੇਰ ਤੱਕ ਸਭ ਕੁਝ ਆਮ ਦੀ ਤਰ੍ਹਾਂ ਹੀ ਲੱਗ ਰਿਹਾ ਸੀ ਕਿ ਮਹਾਂ ਸਿੰਘ ਆਪਣੇ ਘਰ ਦੇ ਬਾਹਰ ਕੁਝ ਹੋਰ ਲੋਕਾਂ ਨਾਲ ਬੈਠ ਕੇ ਮਾਹੌਲ ਦੇ ਬਾਰੇ ਗੱਲਾਂ ਕਰਨ ਲੱਗੇ। ਇਹ ਸੋਚਿਆ ਹੀ ਨਹੀਂ ਸੀ ਕਿ ਕੋਈ ਹਮਲਾ ਵੀ ਕਰ ਸਕਦਾ ਹੈ। ਪਰ ਜਦੋਂ ਅਚਾਨਕ ਸੈਂਕੜਿਆਂ ਦੀ ਤਾਦਾਦ ਵਿੱਚ ਟਿੱਡੀ ਦਲ ਵਾਂਗੂ ਭੀੜ ਨੇ ਹੱਲਾ ਬੋਲਿਆ ਤਾਂ ਮਹਾਂ ਸਿੰਘ ਚਾਰੇ ਪਾਸਿਓਂ ਘਿਰ ਗਏ। ਵਹਿਸ਼ੀ ਹੋਈ ਭੀੜ ਨੇ ਭਾਰਤੀ ਫੌਜ ਤੋਂ ਰਿਟਾਇਰ ਇਸ ਹਵਾਲਦਾਰ ਦੀ ਪੱਗ ਉਛਾਲ ਦਿੱਤੀ। ਚੁੱਕਣ ਲਈ ਝੁਕੇ ਤਾਂ ਤਾਬੜਤੋੜ ਲੱਤਾਂ ਤੇ ਮੁੱਕੇ ਚੱਲਣੇ ਸ਼ੁਰੂ ਹੋ ਗਏ। ਇੰਦਰਪਾਲ ਸਿੰਘ ਆਪਣੇ ਛੋਟੇ ਭਰਾ ਹਰਕੀਰਤ ਸਿੰਘ ਨਾਲ ਛੱਤ ਤੇ ਚੜ੍ਹ ਗਿਆ ਸੀ ਤੇ ਇਹ ਨਜ਼ਾਰਾ ਵੇਖ ਰਿਹਾ ਸੀ। ਹਿੰਸਕ ਭੀੜ ਨਾਅਰੇ ਲਾ ਰਹੀ ਸੀ, ਮਾਰੋ ਇਨ ਸਰਦਾरों ਕੋ, ਦੇਸ਼ ਕੇ ਗਦਾरों ਕੋ। ਜਦੋਂ ਭੀੜ ਨੇ ਮਹਾਂ ਸਿੰਘ ਨੂੰ ਬੁਰੀ ਤਰ੍ਹਾਂ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਗੁਆਂਢੀਆਂ ਨੇ ਅੱਗੇ ਆ ਕੇ ਕਿਹਾ, ਭਾਈ ਜੇ ਤੋ ਪੁਰਾਣੇ ਫੌਜੀ हैं, ਦੇਸ਼ ਕੇ लिए ਲੜੇ हैं। ਹੁਣ ਭੀੜ ਵਿੱਚੋਂ ਇੱਕ ਆਵਾਜ਼ ਆਈ, फौज में थे तो क्या हुआ, हैं तो सरदार ही, सरदार गद्दार ही होता है। कोई सुनने वाला नहीं सी। भीड़ दे सिर ते तां जिवें खून सवार सी। उन्हां ने मਹਾਂ ਸਿੰਘ ਦੇ ਸਿਰ ਤੇ ਸੱਬਲ ਮਾਰ ਕੇ ਉਸ ਨੂੰ ਡੇਗ ਦਿੱਤਾ। ਪਿਓ ਨੂੰ ਭੀੜ ਦੇ ਹੱਥਾਂ ਵਿੱਚ ਇਸ ਤਰ੍ਹਾਂ ਮਾਰ ਖਾਂਦੇ ਵੇਖ ਛੋਟੇ ਪੁੱਤਰ ਹਰਕੀਰਤ ਸਿੰਘ ਤੋਂ ਨਹੀਂ ਰਿਹਾ ਗਿਆ। ਜਿਹੜੇ ਹੱਥਾਂ ਨੇ ਪਾਲਿਆ ਪੋਸਿਆ ਸੀ ਉਹਨਾਂ ਹੱਥਾਂ ਨੂੰ ਟੁੱਟਦਿਆਂ ਨਹੀਂ ਵੇਖ ਪਾ ਰਿਹਾ ਸੀ। ਜਿਸ ਪਿਓ ਦੀ ਛਾਤੀ ਤੇ ਫੌਜ ਦੇ ਮੈਡਲ ਵੇਖ ਕੇ ਮਨ ਮਾਣ ਮਹਿਸੂਸ ਕਰਦਾ ਸੀ ਉਸੇ ਛਾਤੀ ਤੇ ਭੀੜ ਡਾਂਗਾ ਮਾਰ ਰਹੀ ਸੀ। ਹੁਣ ਉਹ ਪਿਤਾ ਨੂੰ ਭੀੜ ਦੇ ਹੱਥਾਂ ਵਿੱਚ ਮਰਦੇ ਹੋਏ ਨਹੀਂ ਵੇਖ ਸਕਦਾ ਸੀ। ਉਸਨੇ ਪਿਓ ਨੂੰ ਬਚਾਉਣ ਲਈ ਛੱਤ ਤੋਂ ਹੀ ਛਾਲ ਮਾਰ ਦਿੱਤੀ। ਇੱਕ ਪੁੱਤਰ ਨੇ ਆਪਣੇ ਪਿਓ ਦੇ ਲਈ ਫਰਜ਼ ਅਦਾ ਕਰ ਦਿੱਤਾ ਸੀ ਪਰ ਦੰਗਾਈਆਂ ਨੂੰ ਪਿਤਾ ਦੇ ਲਈ ਪੁੱਤਰ ਦਾ ਇਹ ਸਮਰਪਣ ਤੇ ਪਿਆਰ ਨਜ਼ਰ ਨਹੀਂ ਆਇਆ। ਉਹਨਾਂ ਨੂੰ ਤਾਂ ਇਸ ਗੱਲ ਦੀ ਖੁਸ਼ੀ ਸੀ ਕਿ ਚਲੋ ਇੱਕ ਔਰ ਸਰਦਾਰ ਮਿਲ ਗਿਆ। ਹਿੰਸਕ ਭੀੜ ਨੇ ਮਾਸੂਮ ਹਰਕੀਰਤ ਸਿੰਘ ਦੇ ਸਰੀਰ ਦੇ 3 ਟੁਕੜੇ ਕਰ ਦਿੱਤੇ। ਇੰਦਰਪਾਲ ਸਿੰਘ ਪਿਓ ਤੇ ਭਰਾ ਦੋਵਾਂ ਨੂੰ ਇਸ ਤਰ੍ਹਾਂ ਲਾਸ਼ਾਂ ਵਿੱਚ ਤਬਦੀਲ ਹੁੰਦਿਆਂ ਵੇਖਦਾ ਹੀ ਰਹਿ ਗਿਆ।
ਹਰਕੀਰਤ ਸਿੰਘ ਦਾ 3 ਹਿੱਸਿਆਂ ਵਿੱਚ ਪਏ ਉਸ ਸਰੀਰ ਨੂੰ ਚੇਤਿਆਂ ਕਰ ਇੰਦਰਪਾਲ ਦਾ ਅੱਜ ਵੀ ਕਾਂਬਾ ਛੁੱਟ ਜਾਂਦਾ ਹੈ। ਘੱਟ ਤੋਂ ਘੱਟ 500 ਲੋਕਾਂ ਦੀ ਭੀੜ ਸੀ, ਪਰ ਜਾਣਿਆ ਪਛਾਣਿਆ ਚਿਹਰਾ ਇੱਕ ਵੀ ਨਹੀਂ ਸੀ। ਗੁਆਂਢੀਆਂ ਨੇ ਮਿੰਨਤ ਜ਼ਰੂਰ ਕੀਤੀ ਕਿ ਭਲੇ ਲੁੱਟ ਖਸੁੱਟ ਕਰ ਲਵੋ, ਪਰ ਇਹਨਾਂ ਨੂੰ ਨਾ ਮਾਰੋ, ਪਰ ਸਭ ਕੁਝ ਬੇਅਸਰ। ਵੈਸੇ ਜੇਕਰ ਗੁਆਂਢੀ ਲੜਨ ਦੀ ਕੁਝ ਹਿੰਮਤ ਜਟਾਉਂਦੇ ਤਾਂ ਸ਼ਾਇਦ ਗੱਲ ਬਣ ਜਾਂਦੀ। ਉਹਨਾਂ ਨੇ ਭੀੜ ਨੂੰ ਵੇਖ ਕੇ ਜਾਨ ਬਖਸ਼ਣ ਦੀ ਮਿੰਨਤ ਕਰਕੇ ਹੀ ਫਰਜ਼ ਪੂਰਾ ਕਰ ਲਿਆ ਸੀ। ਭੀੜ ਪਹਿਲਾਂ ਸਿੱਖਾਂ ਦੇ ਕੇਸ ਕੱਟਦੀ, ਬੇਇੱਜ਼ਤ ਕਰਦੀ ਅਤੇ ਫਿਰ ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ। ਇਨਸਾਨਾਂ ਨੂੰ ਅੱਗ ਦੇ ਹਵਾਲੇ ਕਰਦੇ ਹੋਏ ਇਹਨਾਂ ਦੇ ਮਨਾਂ ਵਿੱਚ ਜਰਾ ਵੀ ਖੌਫ ਨਹੀਂ ਆ ਰਿਹਾ ਸੀ। ਸਿੱਖ ਜਦੋਂ ਅੱਗ ਲੱਗਣ ਨਾਲ ਤੜਫ ਕੇ ਭੱਜਦੇ ਤਾਂ ਇਹ ਹੱਸਦੇ ਹੋਏ ਕਹਿੰਦੇ ਕਿ ਦੇਖੋ ਸਿੱਖੜਾ ਭੰਗੜਾ ਕਰ ਰਿਹਾ ਹੈ। ਹਾਲਤ ਖਰਾਬ ਵੇਖ ਕੇ ਘਰ ਦੀਆਂ ਜਨਾਨੀਆਂ ਨੂੰ ਦੀਵਾਰ ਟਪਾ ਕੇ ਨਾਲ ਦੇ ਧੋਬੀਆਂ ਦੇ ਘਰ ਭੇਜ ਦਿੱਤਾ ਗਿਆ। ਬਾਅਦ ਵਿੱਚ ਇੱਥੋਂ ਦੀ ਹੋ ਕੇ ਉਹ ਮੇਨ ਰੋਡ ਚੁੰਗੀ ਕੋਲ ਪਹੁੰਚੀਆਂ, ਜਿੱਥੇ ਕੁਝ ਫੌਜ ਵਾਲੇ ਮੌਜੂਦ ਸੀ। ਫੌਜ ਨੂੰ ਦੱਸਿਆ ਕਿ ਸਿੱਖਾਂ ਨੂੰ ਮਾਰਿਆ ਲੁੱਟਿਆ ਜਾ ਰਿਹਾ ਹੈ ਅਤੇ ਫੌਜ ਦੇ ਹੀ ਰਿਟਾਇਰਡ ਹਵਾਲਦਾਰ ਦਾ ਘਰ ਤਬਾਹ ਕਰ ਦਿੱਤਾ ਗਿਆ ਹੈ। ਪਰ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਫੌਜ ਮਜਬੂਰ ਸੀ। ਫੌਜ ਹੁਕਮ ਮਿਲਣ ਤੇ ਦਰਬਾਰ ਸਾਹਿਬ ਤੇ ਤਾਂ ਹੱਲਾ ਬੋਲ ਸਕਦੀ ਸੀ, ਪਰ ਦੰਗਾਈਆਂ ਦੇ ਖਿਲਾਫ ਖੁਦ ਕਾਰਵਾਈ ਨਹੀਂ ਕਰ ਸਕਦੀ ਸੀ। ਕੇਸ ਕੱਟੇ ਹੋਣ ਤੇ ਕਲੀਨ ਸ਼ੇਵ ਹੋ ਜਾਣ ਕਰਕੇ ਇੰਦਰਪਾਲ ਬਚ ਗਿਆ ਸੀ। ਭਰਾ ਹਰਭਜਨ ਸਿੰਘ ਵੀ ਪਾਣੀ ਦੀ ਟੈਂਕੀ ਦੇ ਪਿੱਛੇ ਹੋਣ ਕਰਕੇ ਕਿਸੇ ਨੂੰ ਨਜ਼ਰ ਨਹੀਂ ਆਇਆ। ਹੁਣ ਦੋਵੇਂ ਭਰਾ ਮਕਾਨ ਦੀਆਂ ਛੱਤਾਂ ਟੱਪਦੇ ਹੋਏ ਮੇਨ ਰੋਡ ਤੇ ਪੁੱਜ ਗਏ। ਕੰਢੇ ਕੰਢੇ ਚਲੀ ਜਾ ਰਹੇ ਸੀ ਕਿ ਕਿਸਮਤ ਨਾਲ ਇੱਕ ਟੈਕਸੀ ਕੋਲ ਆ ਕੇ ਖਲੋ ਗਈ। ਉਸ ਵਿੱਚ ਇੱਕ ਮਿੱਤਰ ਸੀ ਜੋ ਟੈਕਸੀ ਚਲਾ ਰਿਹਾ ਸੀ। ਉਸ ਨੇ ਫੌਰਨ ਪਹਿਲਾਂ ਤੋਂ ਬੈਠੀ ਸਵਾਰੀ ਨੂੰ ਉਤਾਰਿਆ ਤੇ ਇਹਨਾਂ ਨੂੰ ਲੈ ਕੇ ਤੀਜੇ ਭਰਾ ਕੁਲਵੰਤ ਸਿੰਘ ਕੋਲ ਅੰਬੇਡਕਰ ਨਗਰ ਪਹੁੰਚਾ ਦਿੱਤਾ। ਬਾਅਦ ਵਿੱਚ ਕੁਝ ਸ਼ਾਂਤੀ ਹੋਈ ਤਾਂ ਮਾਂ ਤੇ ਭੈਣ ਨੂੰ ਵੀ ਸ਼ਾਦਰਾ ਕੋਲ ਲੱਗੇ ਰਾਹਤ ਕੈਂਪ ਤੋਂ ਘਰ ਲੈ ਆਏ। ਪਰਿਵਾਰ ਗੜੀ ਦੀ ਇਸ ਵਿਧਵਾ ਕਲੋਨੀ ਵਿੱਚ ਪਹੁੰਚ ਗਿਆ, ਪਰ 84 ਦੀ ਮਾਰ ਅਜੇ ਖਤਮ ਨਹੀਂ ਹੋਈ ਸੀ। ਪਿਓ, ਭਰਾ ਤੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਤੋਂ ਵਿਚਲਿਤ ਹਰਭਜਨ ਸਿੰਘ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਨਹੀਂ ਰੱਖ ਪਾਉਂਦਾ ਸੀ। ਉਹ ਸਿੱਖਾਂ ਨਾਲ ਹੋਈ ਨਾ ਇਨਸਾਫੀ ਬਾਰੇ ਖੁੱਲ੍ਹ ਕੇ ਗੱਲ ਕਰਦਾ ਤਾਂ ਬਖਸ਼ੀਸ਼ ਕੌਰ ਨੂੰ ਡਰ ਲੱਗਣ ਲੱਗ ਗਿਆ। ਮਾਂ ਕਹਿੰਦੀ, ਪੁੱਤਰ, ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖਿਆ ਕਰ। ਇਸ ਉੱਤੇ ਉਹ ਕਤਲੇਆਮ ਤੇ ਇਨਸਾਫ ਨੂੰ ਲੈ ਕੇ ਐਸੇ ਸਵਾਲ ਕਰਦਾ ਜਿਸ ਦਾ ਜਵਾਬ ਮਾਂ ਕੋਲ ਨਹੀਂ ਸੀ। ਹਰਭਜਨ ਸਿੰਘ ਨੇ ਹੁਣ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰ ਭਾਵਨਾਵਾਂ ਜ਼ਰੂਰ ਕਦੇ-ਕਦੇ ਉਛਾਲ ਮਾਰਦੀਆਂ ਸੀ। ਮਾਂ ਨੇ ਸੋਚਿਆ ਕਿ ਇਸ ਦਾ ਵਿਆਹ ਕਰ ਦਿੰਦੇ ਹਾਂ, ਫਿਰ ਘਰ ਪਰਿਵਾਰ ਵਿੱਚ ਰੁੱਝ ਜਾਵੇਗਾ। ਵਿਆਹ ਹੋਏ ਅਜੇ 1 ਸਾਲ ਹੀ ਹੋਇਆ ਸੀ ਕਿ ਉਹ ਰਾਜਵਿੰਦਰ ਸਿੰਘ ਦੇ ਨਾਲ ਦਿੱਲੀ ਵਿੱਚ ਇੱਕ ਪੁਲਿਸ ਮੁੱਠ-ਭੇੜ ਦਾ ਸ਼ਿਕਾਰ ਹੋ ਗਿਆ। ਇੰਦਰਪਾਲ ਸਿੰਘ ਦੱਸਦਾ ਹੈ ਕਿ ਉਸ ਦਾ ਭਰਾ ਹਰਭਜਨ ਸਿੰਘ ਹਥਿਆਰ ਚੁੱਕਣ ਵਾਲੇ ਕੁਝ ਨੌਜਵਾਨਾਂ ਨੂੰ ਜਾਣਦਾ ਸੀ, ਕਿਉਂਕਿ ਉਹ ਇਕੱਠੇ ਪੜ੍ਹੇ ਲਿਖੇ ਸੀ, ਪਰ ਉਹ ਉਹਨਾਂ ਨਾਲ ਕਿਸੇ ਵਾਰਦਾਤ ਵਿੱਚ ਸ਼ਾਮਲ ਨਹੀਂ ਹੋਇਆ ਸੀ। ਉਹ ਨੌਕਰੀ ਕਰਦਾ ਸੀ ਤੇ ਉਸ ਦਾ ਅਜੇ ਨਵਾਂ-ਨਵਾਂ ਹੀ ਵਿਆਹ ਹੋਇਆ ਸੀ। ਉਸ ਨੂੰ ਪੁਲਿਸ ਨੇ ਮੁੱਠ-ਭੇੜ ਵਿੱਚ ਮਾਰ ਦਿੱਤਾ ਅਤੇ ਮੌਤ ਪ੍ਰਮਾਣ ਪੱਤਰ ਵੀ ਨਹੀਂ ਦਿੱਤਾ। ਹਰਭਜਨ ਦੀ ਪਤਨੀ ਦੇ ਸੁਪਨੇ ਟੁੱਟ ਚੁੱਕੇ ਸਨ। ਉਹ ਵਿਆਹ ਦੇ 1 ਸਾਲ ਬਾਅਦ ਹੀ ਵਿਧਵਾ ਹੋ ਗਈ ਸੀ। ਲਗਾਤਾਰ ਪੁਲਿਸ ਦੀ ਪਰੇਸ਼ਾਨੀ, ਆਰਥਿਕ ਤੰਗੀ ਤੇ ਬੇਰੁਜ਼ਗਾਰੀ ਨੇ 2 ਭਰਾਵਾਂ ਗੁਰਬਖਸ਼ ਸਿੰਘ ਤੇ ਕੁਲਵੰਤ ਸਿੰਘ ਨੂੰ ਨਸ਼ਿਆਂ ਦੀ ਲੱਤ ਵੱਲ ਧਕੇਲ ਦਿੱਤਾ। ਦੋਵੇਂ ਜਵਾਨੀ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਗੁਰਬਖਸ਼ ਦਾ ਤਾਂ ਵਿਆਹ ਹੀ ਨਹੀਂ ਹੋਇਆ ਸੀ, ਪਰ ਕੁਲਵੰਤ ਦਾ ਪਰਿਵਾਰ ਹੁਣ ਸੰਕਟ ਵਿੱਚ ਫਸ ਗਿਆ ਹੈ। ਜ਼ੁਲਮ ਦੀ ਹੱਦ ਕਰਨ ਵਾਲਿਆਂ ਨੂੰ ਸ਼ਾਇਦ ਇਹਨਾਂ ਜ਼ੁਲਮ ਕਰਨ ਦੇ ਬਾਅਦ ਵੀ ਸੰਤੋਖ ਨਹੀਂ ਹੋਇਆ ਸੀ। ਲੀਡਰਾਂ ਨੇ ਇਹਨਾਂ ਦੰਗਾ ਪੀੜਤਾਂ ਨੂੰ ਤੰਗ ਕਰਨ ਦੇ ਅਜਿਹੇ ਹੱਥ ਕੰਡੇ ਅਪਣਾਏ ਕਿ ਸ਼ਰਮ ਨੂੰ ਵੀ ਸ਼ਰਮ ਆਉਣ ਲੱਗ ਪਵੇ, ਕਿਉਂਕਿ ਇਹ ਵਿਧਵਾ ਕਲੋਨੀ 1984 ਦੇ ਦੰਗਾ ਪੀੜਤਾਂ ਦੀ ਸੀ। ਇਸ ਲਈ 13 ਸਾਲਾਂ ਤੱਕ ਇੱਥੇ ਪਾਣੀ ਦੀਆਂ ਪਾਈਪਾਂ ਤਾਂ ਵਿਛਾਈਆਂ, ਲੇਕਿਨ ਪਾਣੀ ਨਹੀਂ ਆਉਣ ਦਿੱਤਾ ਗਿਆ। ਕੋਈ ਕੀ ਕਰ ਸਕਦਾ ਸੀ? ਜਦੋਂ ਰਹਿਬਰ ਹੀ ਦੁਸ਼ਮਣ ਹੋ ਜਾਵੇ ਤਾਂ ਕਿਸ ਤੋਂ ਇਨਸਾਫ ਦੀ ਆਸ ਕਰਦੇ? ਨਹਾਉਣ ਧੋਣ ਤੋਂ ਲੈ ਕੇ ਪੀਣ ਦਾ ਪਾਣੀ ਤੱਕ ਦੂਰ ਟੈਂਕਰਾਂ ਤੋਂ ਭਰ ਕੇ ਲਿਆਉਣਾ ਪੈਂਦਾ। ਜਿਵੇਂ ਇਹ ਸਮਾਜ ਤੋਂ ਕੱਢੇ ਹੋਏ ਲੋਕ ਹੋਣ। ਇਹਨਾਂ ਨੂੰ ਕਤਲੇਆਮ ਦੇ ਪੀੜਤ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਸੀ।
ਲਗਾਤਾਰ ਕਈ ਸਾਲਾਂ ਤੱਕ ਪਾਣੀ ਭਰਨ ਕਰਕੇ ਔਰਤਾਂ ਦੀ ਕਮਰ ਦਰਦ ਨਾਲ ਦੋਹਰੀ ਹੋ ਗਈ, ਪਰ ਨੇਤਾਵਾਂ ਨੂੰ ਸ਼ਰਮ ਨਹੀਂ ਆਈ। ਅਸਲ ਵਿੱਚ ਇਸ ਕਲੋਨੀ ਨੂੰ ਦੂਜੀ ਪਾਰਟੀ ਦਾ ਵੋਟ ਬੈਂਕ ਮੰਨ ਲਿਆ ਗਿਆ ਸੀ। ਇਸ ਲਈ ਨਾ ਤਾਂ ਸੀਵਰ ਸਾਫ਼ ਕੀਤੇ ਜਾਂਦੇ ਅਤੇ ਨਾ ਹੀ ਪਾਣੀ ਦੇਣ ਦੀ ਲੋੜ ਸਮਝੀ ਗਈ। ਪਾਣੀ ਨਹੀਂ ਆਇਆ, ਪਰ ਪਾਣੀ ਦਾ ਬਿੱਲ ਕਈ ਹਜ਼ਾਰ ਰੁਪਏ ਜ਼ਰੂਰ ਆ ਜਾਂਦਾ ਸੀ। ਇਹ ਜ਼ੁਲਮ ਅਜੇ ਵੀ ਬੰਦ ਨਹੀਂ ਹੋਇਆ ਹੈ। 25 ਸਾਲ ਪਹਿਲਾਂ ਇਹਨਾਂ ਨੂੰ ਪੀੜਤਾਂ ਦੇ ਨਾਂ 'ਤੇ ਵਸਾਉਣ ਦੇ ਬਾਅਦ ਹੁਣ 32 ਗਜ਼ ਦੇ ਇਹਨਾਂ ਫਲੈਟਾਂ, ਜਿੱਥੇ ਕੋਈ ਠੀਕ ਤਰ੍ਹਾਂ ਪਸਰ ਵੀ ਨਹੀਂ ਸਕਦਾ, ਦੀ ਕੀਮਤ ਅਦਾ ਕਰਨ ਦੇ ਨੋਟਿਸ ਭੇਜੇ ਜਾ ਰਹੇ ਹਨ। ਸਲਮ ਵਿਭਾਗ ਨੇ ਇਹਨਾਂ ਪੀੜਤਾਂ ਨੂੰ ਮਿਲੇ ਫਲੈਟਾਂ ਦੀ ਕੀਮਤ 32,942 ਰੁਪਏ ਪ੍ਰਤੀ ਫਲੈਟ ਤੈਅ ਕਰਕੇ ਹੁਣ ਤੱਕ ਇਹਨਾਂ 'ਤੇ 18% ਵਿਆਜ ਵਸੂਲਣ ਦੇ ਆਦੇਸ਼ ਦੇ ਦਿੱਤੇ ਹਨ। ਇਹ ਰਕਮ ਲੱਖਾਂ ਵਿੱਚ ਜਾ ਬਣਦੀ ਹੈ। ਗਰੀਬੀ, ਮੁਫਲਿਸੀ, ਬੇਰੁਜ਼ਗਾਰੀ ਵਿੱਚ ਫਸੇ ਇਹਨਾਂ ਲੋਕਾਂ ਨੂੰ ਇਹ ਨੋਟਿਸ ਜ਼ਖਮਾਂ 'ਤੇ ਲੂਣ ਛਿੜਕਣ ਵਾਂਗ ਲੱਗ ਰਹੇ ਹਨ। ਨੇਤਾਵਾਂ ਦੇ ਚੱਕਰ ਕੱਟ ਲਏ, ਪਰ ਕੁਝ ਵੀ ਨਾ ਹੋਇਆ। ਇੰਦਰਪਾਲ ਸਿੰਘ, ਜੋ ਕਿ ਕਤਲੇਆਮ ਦੇ ਬਾਅਦ ਬਿਲਕੁਲ ਪੜ੍ਹ ਲਿਖ ਨਹੀਂ ਸਕਿਆ, ਸਵਾਲ ਕਰਦਾ ਹੈ ਕਿ ਅਖੀਰ ਸਾਡੀ 84 ਕਦ ਕੱਟੇਗੀ। ਅਸਹਾਇ ਰਾਸ਼ਟਰਪਤੀ ਅਤੇ ਮੌਨ ਗ੍ਰਹਿ ਮੰਤਰੀ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਅੱਜ ਬਹੁਤ ਪਰੇਸ਼ਾਨ ਸੀ। ਰਹਿ ਕੇ ਆਪਣੇ ਹੇਠਲੇ ਕਰਮੀਆਂ ਨੂੰ ਪੁੱਛਦੇ ਕਿ ਕੀ ਮੈਂ ਦੇਸ਼ ਦਾ ਰਾਸ਼ਟਰਪਤੀ ਹਾਂ, ਮੇਰੇ ਹੱਥ ਵਿੱਚ ਕੁਝ ਹੈ ਵੀ। ਦਰਅਸਲ ਪਰੇਸ਼ਾਨ ਤਾਂ ਉਹ ਉਦੋਂ ਤੋਂ ਸੀ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਏਮਸ ਗਏ ਤੇ ਦੰਗਾਈਆਂ ਨੇ ਉਹਨਾਂ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਸੀ। ਹੁਣ ਉਹਨਾਂ ਨੂੰ PSEB ਦੇ ਚੇਅਰਮੈਨ NS ਬਸੰਤ ਦੇ ਘਰ ਤੋਂ ਫੋਨ ਆਇਆ ਸੀ। ਉਹਨਾਂ ਦੇ ਜਵਾਈ ਕਰਤਾਰ ਸਿੰਘ ਵਿਰਦੀ ਨੂੰ ਪਟੇਲ ਨਗਰ ਵਿੱਚ ਦੰਗਾਈਆਂ ਨੇ ਜਿੰਦਾ ਸਾੜ ਦਿੱਤਾ ਸੀ। ਸਰਦਾਰਨੀ ਬਸੰਤ ਆਪਣੇ ਜਵਾਈ ਦੀ ਲਾਸ਼ ਚਾਹੁੰਦੀ ਸੀ ਤਾਂ ਕਿ ਉਸ ਦਾ ਸੰਸਕਾਰ ਕੀਤਾ ਜਾ ਸਕੇ। ਇਸ ਲਈ ਉਹਨਾਂ ਨੂੰ ਰਾਸ਼ਟਰਪਤੀ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ। ਪਰ ਇਹ ਕਿ ਰਾਸ਼ਟਰਪਤੀ ਖੁਦ ਨੂੰ ਵਿਰਦੀ ਦਾ ਸਨਮਾਨ ਦੇ ਨਾਲ ਸੰਸਕਾਰ ਕਰਾ ਸਕਣ ਵਿੱਚ ਅਸਮਰੱਥ ਵੀ ਮਹਿਸੂਸ ਕਰ ਰਹੇ ਸੀ। ਹੁਣ ਗਿਆਨੀ ਜੀ ਨੂੰ ਕੁਝ ਨਹੀਂ ਸੀ ਸੁੱਝ ਰਿਹਾ। ਸ਼ਾਇਦ ਗ੍ਰਹਿ ਮੰਤਰਾਲੇ ਨੂੰ ਫੋਨ ਕਰਕੇ ਥੱਕ ਚੁੱਕੇ ਸੀ। ਜਦੋਂ ਕੋਈ ਰਾਹ ਨਾ ਸੁਝਿਆ ਤਾਂ ਭਾਜਪਾ ਨੇਤਾ ਮਦਨ ਲਾਲ ਖੁਰਾਣਾ ਨੂੰ ਮਦਦ ਲਈ ਫੋਨ ਲਗਾਇਆ। ਦੇਸ਼ ਦਾ ਰਾਸ਼ਟਰਪਤੀ ਵਿਰੋਧੀ ਪਾਰਟੀ ਦੇ ਇੱਕ ਆਗੂ ਤੋਂ ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਇੱਕ ਨਜ਼ਦੀਕੀ ਦੀ ਲਾਸ਼ ਹਾਸਲ ਕਰਨ ਲਈ ਜੋਦੜੀ ਕਰ ਰਿਹਾ ਸੀ। ਫਿਰ ਖੁਰਾਣਾ ਪਟੇਲ ਨਗਰ ਪੁਲਿਸ ਥਾਣੇ ਗਏ ਤੇ ACP ਰਾਮ ਮੂਰਤੀ ਨੂੰ ਮਿਲੇ। ਰਾਮ ਮੂਰਤੀ ਨੇ ਸਾਫ਼ ਕਹਿ ਦਿੱਤਾ ਕਿ ਉਹਨਾਂ ਲਈ ਮ੍ਰਿਤਕ ਦਾ ਸਰੀਰ ਸੌਂਪਣਾ ਬਿਲਕੁਲ ਸੰਭਵ ਨਹੀਂ ਹੈ। ਜਦੋਂ ਕਿਹਾ ਗਿਆ ਕਿ ਰਾਸ਼ਟਰਪਤੀ ਜੀ ਨੇ ਬੇਨਤੀ ਕੀਤੀ ਹੈ ਤਾਂ ਰਾਮ ਮੂਰਤੀ ਨੇ ਕਿਹਾ ਕਿ ਸਰੀਰ ਤਾਂ ਨਹੀਂ ਦੇਵਾਂਗੇ, ਪਰ ਜਿੱਥੇ ਅੰਤਮ ਸੰਸਕਾਰ ਹੋ ਰਿਹਾ ਹੋਵੇਗਾ ਉੱਥੋਂ ਦਾ ਪਤਾ ਤੇ ਸਮਾਂ ਦੱਸ ਦੇਵਾਂਗੇ। ਚੁੱਪ ਚਪੀਤੇ ਆ ਜਾਣਾ। ਦੇਸ਼ ਦੀਆਂ ਤਿੰਨੇ ਸੈਨਾਵਾਂ ਦੇ ਸੁਪਰੀਮ ਕਮਾਂਡਰ ਤੇ ਦੇਸ਼ ਦੇ ਪਹਿਲੇ ਨਾਗਰਿਕ ਦੀ ਇਹ ਸਹਾਇ ਹਾਲਤ ਉਸ ਵਕਤ ਦੇ ਹਾਲਾਤ ਬਿਆਨ ਕਰਨ ਲਈ ਕਾਫੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ RS ਨਰੂਲਾ ਤੇ ਖੁਰਾਣਾ ਦੋਵਾਂ ਨੇ ਹੀ ਇਸ ਘਟਨਾ ਦੀ ਤਸਦੀਕ ਕੀਤੀ ਹੈ। ਜਸਟਿਸ ਨਰੂਲਾ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਗਿਆਨੀ ਜ਼ੈਲ ਸਿੰਘ ਡਰਦੇ ਮਾਰੇ ਰਾਸ਼ਟਰਪਤੀ ਭਵਨ ਤੋਂ ਬਾਹਰ ਹੀ ਨਹੀਂ ਨਿਕਲ ਰਹੇ ਸੀ। ਅਖਾਣ ਹੈ ਕਿ ਜਦੋਂ ਰੋਮ ਜਲ ਰਿਹਾ ਸੀ ਤਾਂ ਨੀਰੋ ਚੈਨ ਦੀ ਬੰਸੀ ਵਜਾ ਰਿਹਾ ਸੀ, ਪਰ ਜਦੋਂ ਦਿੱਲੀ, ਕਾਨਪੁਰ ਤੇ ਬਕਾਰੋ ਦੀਆਂ ਗਲੀਆਂ ਵਿੱਚ ਨਿਰਦੋਸ਼ਾਂ ਦਾ ਖੂਨ ਵਗ ਰਿਹਾ ਸੀ ਤਾਂ ਰਾਸ਼ਟਰਪਤੀ ਖੁਦ ਨੂੰ ਅਸਹਾਇ ਦੱਸ ਰਿਹਾ ਸੀ ਤੇ ਸ਼ਾਇਦ ਡਰੇ ਹੋਏ ਸੀ। ਪ੍ਰਸਿੱਧ ਪੱਤਰਕਾਰ ਪਤਵੰਤ ਸਿੰਘ ਜਦੋਂ 1 ਨਵੰਬਰ ਨੂੰ ਗਿਆਨੀ ਜੈਲ ਸਿੰਘ ਨੂੰ ਮਿਲੇ ਤੇ ਹਿੰਸਾ ਰੁਕਵਾਉਣ ਲਈ ਕਿਹਾ ਤਾਂ ਉਹਨਾਂ ਦਾ ਜਵਾਬ ਸੀ, ਮੈਨੂੰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਦੇਸ਼ ਅੱਗ ਵਿੱਚ ਬਲ ਰਿਹਾ ਹੈ, ਨਿਰਦੋਸ਼ ਸਿੱਖਾਂ ਨੂੰ ਗਲੀਆਂ ਵਿੱਚ ਕੱਟਿਆ ਤੇ ਸਾੜਿਆ ਜਾ ਰਿਹਾ ਹੈ, ਤਾਂ ਕਿ ਤੁਹਾਡੇ ਕੋਲ ਅਰਾਜਕਤਾ ਤੇ ਖੂਨ ਖਰਾਬੇ ਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ। ਹੁਣ ਕੁਝ ਕਹਿਣ ਦੀ ਬਜਾਏ ਉਹ ਇੱਧਰ ਉੱਧਰ ਵੇਖਣ ਲੱਗ ਪਏ। ਸਿੱਖਾਂ ਦੇ ਕਤਲੇਆਮ ਤੋਂ ਆਹਤ ਬੰਗਲਾਦੇਸ਼ ਲੜਾਈ ਦੇ ਨਾਇਕ ਲੈਫਟੀਨੈਂਟ ਜਨਰਲ JS ਅਰੋੜਾ ਨੇ ਜਦੋਂ ਗਿਆਨੀ ਜੀ ਨੂੰ ਗੁੱਸੇ ਵਿੱਚ ਕਿਹਾ ਕਿ ਫੌਜ ਅਖੀਰ ਕਦੋਂ ਸੱਦੀ ਜਾਵੇਗੀ ਤਾਂ ਜਵਾਬ ਆਇਆ ਕਿ ਮੈਂ ਗ੍ਰਹਿ ਮੰਤਰੀ PV ਨਰਸਿਮਹਾ ਰਾਓ ਦੇ ਨਾਲ ਸੰਪਰਕ ਵਿੱਚ ਨਹੀਂ ਹਾਂ। ਜਨਰਲ ਅਰੋੜਾ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ।
ਬੰਗਲਾਦੇਸ਼ ਲੜਾਈ ਵਿੱਚ ਪਾਕਿਸਤਾਨੀ ਫੌਜ ਦੇ ਲੈਫਟੀਨੈਂਟ ਜਨਰਲ ਨਿਆਜੀ ਤੇ ਉਸ ਦੀ 90,000 ਤੋਂ ਵੱਧ ਪਾਕਿਸਤਾਨੀ ਫੌਜ ਨੂੰ ਹਥਿਆਰ ਸੁਟਾ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਜਨਰਲ ਅਰੋੜਾ ਹੈਰਾਨ ਰਹਿ ਗਏ। ਬੰਗਲਾਦੇਸ਼ੀਆਂ ਨੂੰ ਪਾਕਿਸਤਾਨੀ ਫੌਜ ਦੇ ਜ਼ੁਲਮ ਸਿਤਮ ਨੂੰ ਬਚਾਉਣ ਲਈ ਲੜਨ ਵਾਲੇ ਇਸ ਜਨਰਲ ਤੋਂ ਨਿਰਦੋਸ਼ ਸਿੱਖਾਂ ਦੀਆਂ ਹੱਤਿਆਵਾਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ। ਜਨਰਲ ਅਰੋੜਾ ਬਾਅਦ ਵਿੱਚ ਉਸ ਜਸਟਿਸ ਨਰੂਲਾ ਕਮੇਟੀ ਵਿੱਚ ਸ਼ਾਮਲ ਹੋਏ ਜਿਸ ਨੇ 1984 ਦੇ ਦੰਗਿਆਂ ਦੀ ਜਾਂਚ ਕੀਤੀ ਸੀ। ਇਸ ਅਨਿਆਂ ਦੇ ਖਿਲਾਫ ਉਹਨਾਂ ਨੇ ਸਿੱਖ ਫੋਰਮ ਕਾਇਮ ਕਰਕੇ ਬਾਅਦ ਵਿੱਚ ਵੀ ਵਿਰੋਧ ਜਾਰੀ ਰੱਖਿਆ। ਨਿਆਂ ਦੇ ਲਈ ਉਹਨਾਂ ਦੀ ਇਹ ਜੰਗ ਕੇਂਦਰ ਸਰਕਾਰ ਨੂੰ ਪਸੰਦ ਨਹੀਂ ਆਈ ਸੀ। ਬੰਗਲਾਦੇਸ਼ ਜੰਗ ਦੇ ਹੀਰੋ ਤੇ ਸਰਕਾਰ ਦੇ ਸਬੰਧਾਂ ਵਿੱਚ ਖਟਾਸ ਆ ਗਈ। ਸ਼ਾਇਦ ਇਹੀ ਕਾਰਨ ਸੀ ਕਿ ਜਦੋਂ ਬੰਗਲਾਦੇਸ਼ ਲੜਾਈ ਦਾ ਹੀਰੋ ਇਸ ਦੁਨੀਆ ਤੋਂ ਗਿਆ ਤਾਂ ਸਰਕਾਰ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ। ਇਹ ਭਾਰਤੀ ਫੌਜ ਤੇ ਉਸ ਦੇ ਲਈ ਜਿੱਤ ਹਾਸਲ ਕਰਨ ਵਾਲੇ ਜਾਂਬਾਜ਼ ਦੇ ਨਾਲ ਘੋਰ ਅਨਿਆਂ ਸੀ। ਵਿਸ਼ਵਾਸ ਕਰਨਾ ਮੁਸ਼ਕਲ ਹੁੰਦਾ ਹੈ, ਪਰ ਅਜਿਹੇ ਹਾਲਤ ਵਿੱਚ ਜਦੋਂ ਰਾਜਧਾਨੀ ਵਿੱਚ ਕਤਲੇਆਮ ਹੋ ਰਿਹਾ ਸੀ ਤਾਂ ਰਾਸ਼ਟਰਪਤੀ ਦਾ ਗ੍ਰਹਿ ਮੰਤਰੀ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਸੀ ਕਿ ਸਿੱਖਾਂ ਦੇ ਗੁਨਾਹਗਾਰ ਤੇ ਬਾਅਦ ਵਿੱਚ ਬਾਬਰੀ ਮਸਜਿਦ ਢਾਉਣ ਦੇ ਵਕਤ ਕੇਂਦਰ ਵਿੱਚ ਪ੍ਰਧਾਨ ਮੰਤਰੀ ਰਹੇ ਨਰਸਿਮਹਾ ਰਾਓ ਉਸ ਵਕਤ ਗਿਆਨੀ ਜੈਲ ਸਿੰਘ ਨੂੰ ਅਣਸੁਣਾ ਕਰ ਰਹੇ ਸੀ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਪ੍ਰਧਾਨ ਤਰਲੋਚਨ ਸਿੰਘ, ਜੋ ਕਿ ਉਸ ਵਕਤ ਗਿਆਨੀ ਜੈਲ ਸਿੰਘ ਦੇ ਨਿੱਜੀ ਸਕੱਤਰ ਸੀ, ਨੇ ਆਪਣੇ ਸਹੁੰ ਪੱਤਰ ਵਿੱਚ ਕਿਹਾ ਹੈ ਕਿ ਜਦੋਂ ਰਾਸ਼ਟਰਪਤੀ ਦੇ ਕਾਫਲੇ ਤੇ ਹਮਲਾ ਹੋਇਆ ਤਾਂ ਰਾਸ਼ਟਰਪਤੀ ਨੇ ਦਿੱਲੀ ਦੇ ਉਪ ਰਾਜਪਾਲ PG ਗਵਈ ਨੂੰ ਫੋਨ ਤੇ ਕਿਹਾ, ਹਾਲਾਤ ਇੰਨੇ ਖਰਾਬ ਹਨ ਤਾਂ ਫੌਜ ਕਿਉਂ ਨਹੀਂ ਬੁਲਾਈ ਜਾਂਦੀ। ਜਵਾਬ ਆਇਆ ਕਿ ਫੌਜ ਸੱਦਾਂਗੇ ਤਾਂ ਸਥਿਤੀ ਹੋਰ ਵਿਗੜ ਜਾਵੇਗੀ। ਇਹ ਇੱਕ ਅਜਿਹਾ ਜਵਾਬ ਸੀ ਜਿਸ ਦੇ ਅੱਗੇ ਸਾਰੇ ਤਰਕ ਨਮਸਤਕ ਹੋ ਜਾਂਦੇ ਹਨ। ਭਾਜਪਾ ਨੇਤਾ ਵਿਜੇ ਕੁਮਾਰ ਮਲਹੋਤਰਾ ਨੇ ਗਿਆਨੀ ਜੀ ਨਾਲ ਗੱਲ ਕੀਤੀ ਤਾਂ ਵੀ ਇਹੀ ਕਿਹਾ, ਮੈਂ ਅਸਹਾਏ ਹਾਂ, ਕੁਝ ਨਹੀਂ ਕਰ ਸਕਦਾ। ਸ਼ਰਦ ਯਾਦਵ, ਕਪੂਰੀ ਠਾਕੁਰ ਹੋਵੇ ਜਾਂ ਚੌਧਰੀ ਚਰਨ ਸਿੰਘ, ਸਾਰਿਆਂ ਨੂੰ ਇਹੀ ਜਵਾਬ ਸੀ। ਕੁਲਦੀਪ ਨਈਅਰ ਜਦੋਂ ਰਾਸ਼ਟਰਪਤੀ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ, ਕੁਲਦੀਪ, ਮੈਨੂੰ ਨਾ ਤਾਂ ਦੰਗਿਆਂ ਦੇ ਬਾਰੇ ਵਿੱਚ ਦੱਸਿਆ ਜਾ ਰਿਹਾ ਹੈ ਤੇ ਨਾ ਹੀ ਕੋਈ ਕਾਗਜ਼ਾਤ ਭੇਜੇ ਜਾ ਰਹੇ ਨੇ। ਜੇਕਰ ਕੋਈ ਜਾਣਕਾਰੀ ਮਿਲ ਵੀ ਰਹੀ ਹੈ ਤਾਂ ਤੁਹਾਡੇ ਵਰਗੇ ਦੋਸਤਾਂ ਤੋਂ। ਇਸ ਤੋਂ ਬਾਅਦ ਦੁਖੀ ਹੋਏ ਕਿਹਾ, ਮੈਂ ਨਹੀਂ ਜਾਣਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਮੈਨੂੰ ਕਿਸ ਤਰ੍ਹਾਂ ਆਂਕਣਗੀਆਂ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੀ ਰਾਸ਼ਟਰਪਤੀ ਭਵਨ ਤੋਂ ਨਿਰਾਸ਼ ਹੋ ਕੇ ਪਰਤੇ। ਮੈਨੂੰ ਯਾਦ ਹੈ ਕਿ ਬਾਅਦ ਵਿੱਚ ਲੰਬੇ ਵਕਤ ਤੱਕ ਸਿੱਖਾਂ ਵਿੱਚ ਗਿਆਨੀ ਜੀ ਨੂੰ ਲੈ ਕੇ ਭਾਰੀ ਰੋਸ ਰਿਹਾ। ਸਿੱਖ ਆਮ ਗੱਲਬਾਤ ਵਿੱਚ ਉਹਨਾਂ ਲਈ ਘਟੀਆ ਸ਼ਬਦਾਵਲੀ ਵਰਤਣ ਵਿੱਚ ਵੀ ਸੰਕੋਚ ਨਹੀਂ ਕਰਦੇ ਸੀ। ਆਮ ਸਿੱਖਾਂ ਨੂੰ ਲੱਗਦਾ ਸੀ ਕਿ ਜਦੋਂ ਉਹ ਦੇਸ਼ ਦੇ ਰਾਸ਼ਟਰਪਤੀ ਸੀ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਾਰੀ ਗਈ ਤਾਂ ਘੱਟ ਤੋਂ ਘੱਟ ਦੇਸ਼ ਦੇ ਹਾਲਾਤ ਸੰਭਲਣ ਤੱਕ ਉਹ ਦੇਸ਼ ਦੀ ਕਮਾਨ ਆਪਣੇ ਹੱਥ ਵਿੱਚ ਰੱਖਦੇ। ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਇੰਨੀ ਛੇਤੀ ਕਿਉਂ ਸੀ? ਗਿਆਨੀ ਜੀ ਨੇ ਬਾਅਦ ਵਿੱਚ ਮੰਨਿਆ ਕਿ ਉਹ ਐਸਾ ਕਰਕੇ ਗਾਂਧੀ ਪਰਿਵਾਰ ਦੇ ਪ੍ਰਤੀ ਆਪਣੀ ਸੁਆਮੀ ਭਗਤੀ ਦਰਸਾਉਣਾ ਚਾਹੁੰਦੇ ਸੀ। ਇੱਕ ਸਿੱਖ ਦੇ ਦੇਸ਼ ਦਾ ਰਾਸ਼ਟਰਪਤੀ ਹੋਣਾ ਤੇ ਨਿਰਦੋਸ਼ ਸਿੱਖਾਂ ਦੇ ਕਤਲੇਆਮ ਨੂੰ ਨਾ ਰੋਕ ਸਕਣ ਦੀ ਇਹ ਢੀਸ ਸਿੱਖਾਂ ਦੇ ਮਨਾਂ ਤੋਂ ਆਸਾਨੀ ਨਾਲ ਜਾਣ ਵਾਲੀ ਨਹੀਂ ਹੈ। ਜਿਸ ਵਕਤ ਰਾਸ਼ਟਰਪਤੀ ਖੁਦ ਨੂੰ ਅਸਹਾਏ ਦੱਸ ਰਿਹਾ ਸੀ, ਉਸ ਵੇਲੇ ਗ੍ਰਹਿ ਮੰਤਰੀ ਭਾਵ ਵਿਹੂਣਾ ਤੇ ਮੌਨ ਸੀ। ਪ੍ਰਸਿੱਧ ਵਕੀਲ ਰਾਮ ਜੇਠ ਮਲਾਨੀ ਜਦੋਂ ਸਿੱਖਾਂ ਦੇ ਕਤਲੇਆਮ ਦੀ ਗੱਲ ਲੈ ਕੇ ਉਹਨਾਂ ਨੂੰ ਮਿਲਣ ਗਏ ਤਾਂ ਲੱਗਿਆ ਕਿ ਜਿਵੇਂ ਉਹਨਾਂ ਨੂੰ ਇਸ ਨਾਲ ਕੋਈ ਮਤਲਬ ਹੀ ਨਹੀਂ ਹੈ। ਨਾ ਤਾਂ ਉਹ ਦੰਗਿਆਂ ਨੂੰ ਰੋਕਣ ਦੇ ਲਈ ਕਿਸੇ ਅਧਿਕਾਰੀ ਨਾਲ ਗੱਲ ਕਰ ਰਹੇ ਸੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਨਿਯੰਤਰਣ ਸੈੱਲ ਹੀ ਬਣਾਇਆ ਗਿਆ ਸੀ। ਜੇਠ ਮਲਾਨੀ ਨੇ ਜਦੋਂ ਕਿਹਾ ਕਿ ਕਤਲੇਆਮ ਰੋਕਣ ਲਈ ਕੁਝ ਕਰੋ ਤਾਂ ਜਵਾਬ ਆਇਆ ਕਿ ਵੇਖਾਂਗੇ। ਇਹ ਦੇਸ਼ ਦੇ ਗ੍ਰਹਿ ਮੰਤਰੀ ਦੀ ਹਾਲਤ ਸੀ ਜਿਸ ਦੇ ਜ਼ਿੰਮੇ ਦੇਸ਼ ਦੀ ਅੰਦਰੂਨੀ ਸੁਰੱਖਿਆ ਹੁੰਦੀ ਹੈ। ਰੰਗਨਾਥ ਮਿਸ਼ਰਾ ਕਮਿਸ਼ਨ ਨੇ ਹੀ ਆਪਣੀ ਰਿਪੋਰਟ ਦੇ ਪੰਨਾ ਨੰਬਰ 42 ਤੇ ਕਿਹਾ ਹੈ ਕਿ ਜੇਕਰ ਫੌਜ ਨੂੰ 1 ਨਵੰਬਰ ਦੀ ਸਵੇਰ ਤੱਕ ਵੀ ਸੱਦ ਲਿਆ ਜਾਂਦਾ ਤਾਂ ਘੱਟ ਤੋਂ ਘੱਟ 2000 ਨਿਰਦੋਸ਼ ਸਿੱਖਾਂ ਦੀ ਜਾਨ ਬਚ ਸਕਦੀ ਸੀ। ਹਾਲਾਂਕਿ ਫੌਜ ਨੂੰ ਸੱਦਣ ਲਈ ਕੌਣ ਜ਼ਿੰਮੇਵਾਰ ਸੀ, ਉਸ ਤੇ ਕਮਿਸ਼ਨ ਨੇ ਚੁੱਪੀ ਸਾਧ ਲਈ ਹੈ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਹਿਲ ਤਾਂ ਗ੍ਰਹਿ ਮੰਤਰਾਲੇ ਨੂੰ ਹੀ ਕਰਨੀ ਸੀ। ਮਿਸ਼ਰਾ ਕਮਿਸ਼ਨ ਦੇ ਅੰਕ 1 ਦੇ ਪੰਨਾ ਨੰਬਰ
41 ਤੇ ਲਿਖਿਆ ਹੈ ਕਿ ਪੁਲਿਸ ਕਮਿਸ਼ਨਰ ਟੰਡਨ ਦੀ ਇਸ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਸ ਵਕਤ ਲੋੜੀਂਦੀ ਫੌਜੀ ਤਾਕਤ ਮੌਜੂਦ ਸੀ। ਫੌਜੀ ਤਾਕਤ ਦਿੱਲੀ ਵਿੱਚ ਮੌਜੂਦ ਹੋਣ ਦੇ ਸਬੰਧ ਵਿੱਚ ਥਲ ਸੈਨਾ ਮੁਖੀ ਜਨਰਲ A.S. ਵੈਦਿਆ ਦਾ ਬਿਆਨ ਹੀ ਕਾਫੀ ਹੈ, ਜਿਸ ਵਿੱਚ ਕਿਹਾ ਗਿਆ ਕਿ 31 ਅਕਤੂਬਰ 1984 ਦੀ ਅੱਧੀ ਰਾਤ ਨੂੰ ਹੀ ਮੇਰਠ ਤੋਂ ਇੱਕ ਬ੍ਰਿਗੇਡ ਦਿੱਲੀ ਪਹੁੰਚ ਗਈ ਸੀ। ਜਨਰਲ ਦੇ ਇਸ ਬਿਆਨ ਨੂੰ ਗਲਤ ਨਹੀਂ ਮੰਨਿਆ ਜਾ ਸਕਦਾ, ਜਿਸ ਦਾ ਮਤਲਬ ਹੈ ਕਿ ਉਸ ਵਕਤ 31 ਅਕਤੂਬਰ ਦੀ ਰਾਤ ਹੀ ਤਕਰੀਬਨ 5000 ਸੈਨਿਕ ਦਿੱਲੀ ਵਿੱਚ ਮੌਜੂਦ ਸਨ। ਜਨਰਲ ਵੈਦਿਆ ਨੇ ਕਮਿਸ਼ਨ ਨੂੰ ਦੱਸਿਆ ਸੀ ਕਿ 31 ਅਕਤੂਬਰ ਦੀ ਰਾਤ 10:30 ਵਜੇ ਤੱਕ ਇੱਕ ਬ੍ਰਿਗੇਡ ਦਿੱਲੀ ਆ ਗਈ ਸੀ। ਬਾਅਦ ਵਿੱਚ ਫੌਜ ਨੂੰ ਤਾਇਨਾਤ ਕਰਨ ਦੀ ਦੇਰੀ ਨੂੰ ਲੈ ਕੇ ਉਪ ਰਾਜਪਾਲ P.G. ਗਵਈ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਹੋਈ, ਪਰ ਸਮਝਿਆ ਜਾ ਸਕਦਾ ਹੈ ਕਿ ਅਸਲ ਦੋਸ਼ੀ ਕੌਣ ਸੀ। ਆਖਰ ਇਹ ਸਭ ਕੁਝ ਦਿੱਲੀ ਵਿੱਚ ਹੀ ਤਾਂ ਹੋ ਰਿਹਾ ਸੀ, ਪੂਰਬ ਉੱਤਰ ਦੇ ਕਿਸੇ ਦੂਰ ਦੁਰਾਡੇ ਇਲਾਕੇ ਵਿੱਚ ਤਾਂ ਨਹੀਂ। ਆਖਰ ਫੌਜ ਨੂੰ ਤਾਇਨਾਤ ਕਰਨ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਸੀ? 2 ਦਿਨਾਂ ਤੱਕ ਦੰਗਾਈਆਂ ਨੂੰ, ਆਗਜ਼ਨੀ ਲੁੱਟ ਖਸੁੱਟ ਤੇ ਸਿੱਖਾਂ ਦੇ ਕਤਲੇਆਮ ਦੀ ਛੋਟ ਦੇਣ ਦੇ ਬਾਅਦ ਹੀ ਫੌਜ ਤਾਇਨਾਤ ਕਿਉਂ ਕੀਤੀ ਗਈ? ਕਿਤਾਬ 1984 ਕਤਲੇਆਮ ਦਾ ਸੱਚ, ਲੇਖਕ ਜਰਨੈਲ ਸਿੰਘ, ਪੱਤਰਕਾਰ, ਭਾਗ ਚੌਥਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਬਾਕੀ ਭਾਗ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।